ਅੱਗੇ ਪੜ੍ਹਦੇ ਹਾਂ ਜੀ। ਉਦਾਰਵਾਦੀ ਬੌਧਿਕ ਸਿਧਾਂਤ ਲਿਬਰਲ ਇੰਟੈਲੈਕਚੁਅਲ ਪ੍ਰਿੰਸੀਪਲਸ। ਆਰਟੀਕਲ 44 ਦੇ ਅੰਦਰ ਭਾਰਤ ਦੇ ਸਾਰੇ ਖੇਤਰ ਵਿੱਚ ਨਾਗਰਿਕਾਂ ਲਈ ਇੱਕ ਸਮਾਨ ਸਿਵਲ ਕੋਡ ਲਿਆਉਣਾ। ਆਰਟੀਕਲ 44 ਹਮੇਸ਼ਾ ਨਿਊਜ਼ 'ਚ ਰਹਿੰਦਾ ਆ। ਇਹ ਕਾਫੀ ਹੌਟ ਆਰਟੀਕਲ ਆ, ਹੌਟ ਟੌਪਿਕ ਆ। ਤੇ ਯੂਨੀਫਾਰਮ ਸਿਵਲ ਕੋਡ, ਸਮਾਨ ਸਿਵਲ ਕੋਡ ਲੈ ਕੇ ਆਉਣਾ ਸਾਰੇ ਨਾਗਰਿਕਾਂ ਲਈ। ਹੁੰਦਾ ਕੀ ਆ ਨਾ ਕਿ ਜੀ ਸਾਡੇ ਉੱਤੇ ਜਿਹੜੇ ਕਾਨੂੰਨ ਲੱਗਦੇ ਆ, ਲਾਅ ਲੱਗਦੇ ਆ, ਉਹ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਤਾਂ ਹੁੰਦੇ ਜੀ ਕ੍ਰਿਮੀਨਲ, ਦੂਸਰੇ ਹੁੰਦੇ ਜੀ ਸਿਵਲ। ਸਿਵਲ ਵਿੱਚ ਆਉਂਦੇ ਤੁਹਾਡੇ ਵਿਆਹ ਨਾਲ ਸੰਬੰਧਿਤ, ਤਲਾਕ ਨਾਲ ਸੰਬੰਧਿਤ, ਤੁਹਾਡਾ ਵਾਰਿਸ ਜਾਂ ਜੋ ਤੁਹਾਡੀ ਪਰੰਪਰਾ ਹੁੰਦੀ ਨਾ, ਤੁਹਾਡੇ ਧਰਮ ਦੇ ਹਿਸਾਬ ਨਾਲ ਜਿਹੜੀਆਂ ਗੱਲਾਂ ਬਣੀਆਂ ਆ ਉਹ ਗੱਲਾਂ ਹੁੰਦੀਆਂ ਆ। ਤਾਂ ਇਸ ਵਿੱਚ ਕੀ ਆ ਕਿ ਜਿੱਦਾਂ ਹੁਣ ਕਿਸੇ ਨੇ ਉਹ ਕਹਿਤਾ ਕਿ 3 ਵਾਰ ਤਲਾਕ ਕਹਿਤਾ ਜੇ ਹਸਬੈਂਡ ਨੇ, ਤਾਂ ਪਤਨੀ ਕਹਿੰਦੇ ਆ ਮਤਲਬ ਕਿ 3 ਵਾਰ ਤਲਾਕ ਕਹਿਣ ਨਾਲ ਪਤਨੀ ਨੂੰ ਤਲਾਕ ਹੋ ਜਾਂਦਾ। ਤੇ ਹੁਣ ਜੇ ਤਾਂ ਤੁਸੀਂ ਧਰਮ ਦੇ ਹਿਸਾਬ ਨਾਲ ਚੱਲੋ ਤਾਂ ਤਲਾਕ ਆ, ਪਰ ਜੇ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਚੱਲੋ ਤਾਂ ਉਹਦਾ ਇੱਕ ਆਪਣਾ ਪ੍ਰੋਸੀਜਰ ਆ। ਪਰ ਸਾਡੇ ਦੇਸ਼ ਵਿੱਚ ਕੀ ਸੀਗਾ ਕਿ ਅਲੱਗ-ਅਲੱਗ ਧਰਮਾਂ ਦੇ ਜਿਹੜੇ ਸਿਵਲ ਕੋਡ ਆ ਉਹ ਅਲੱਗ-ਅਲੱਗ ਆ। ਤਾਂ ਇਹ ਕਿਹਾ ਸੰਵਿਧਾਨ ਨਿਰਮਾਤਾਵਾਂ ਨੇ ਕਿ ਇਸ ਤਰ੍ਹਾਂ ਦੇ ਜਿਹੜੇ ਸਿਵਲ ਕੋਡ ਆ ਉਹ ਸਾਰਿਆਂ ਲਈ ਸਮਾਨ ਲੈ ਕੇ ਆਓ, ਇਰਰਿਸਪੈਕਟਿਵ ਆਫ ਰਿਲੀਜਨ, ਧਰਮ। ਸਾਰਿਆਂ ਲਈ ਜਿਹੜੇ ਸਿਵਲ ਕੋਡ ਆ ਉਹ ਬਰਾਬਰ ਹੋਣੇ ਚਾਹੀਦੇ ਆ। ਯੂਨੀਫਾਰਮ ਸਿਵਲ ਕੋਡ ਲੈ ਕੇ ਆਓ। ਇਸ ਬਾਰੇ ਕਾਫੀ ਵਾਦ ਵਿਵਾਦ ਰਹਿੰਦਾ ਆ। ਇਹ ਜਦੋਂ ਕਰੰਟ ਅਫੇਅਰਸ ਵਿੱਚ ਤੁਸੀਂ ਪੜ੍ਹੋਗੇ ਤਾਂ ਤੁਸੀਂ ਉੱਥੇ ਵਿਚਾਰ ਚਰਚਾ ਕਰਿਓ ਵੀ ਇਹਦੇ ਪੱਖ ਵਿੱਚ, ਇਹਦੇ ਵਿਪੱਖ ਵਿੱਚ ਹਨਾ ਕੀ ਆਰਗੂਮੈਂਟ ਹੈਗੇ ਆ। ਠੀਕ, ਉਸ ਹਿਸਾਬ ਨਾਲ ਆਪਣੇ ਵਿਚਾਰ ਬਣਾਇਓ। ਮੇਨ ਗੱਲ ਆ ਆਰਟੀਕਲ 44 ਡੀਲ ਕਰਦਾ ਕਿ ਸਾਰੇ ਭਾਰਤ ਵਿੱਚ ਇੱਕ ਯੂਨੀਫਾਰਮ ਸਿਵਲ ਕੋਡ ਲਿਆਉਣਾ। ਅੱਛਾ ਜੀ। ਆਰਟੀਕਲ 45 ਇਹ ਕਹਿੰਦਾ ਕਿ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਪ੍ਰਦਾਨ ਕਰਨਾ। ਜਿਹੜੇ 6 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਅਰਲੀ ਚਾਈਲਡਹੁੱਡ ਕੇਅਰ ਆ ਜਿਹੜੇ ਹੁੰਦੇ ਨਹੀਂ ਆਪਣੇ ਕਿੰਡਰਗਾਰਟਨ ਸਕੂਲ ਵਗੈਰਾ ਕੁਛ ਉਸ ਹਿਸਾਬ ਦੇ ਹਨਾ, ਉਹਨਾਂ ਨੂੰ ਐਜੂਕੇਸ਼ਨ ਦੇਣਾ, ਉਹਨਾਂ ਵਿੱਚ ਉਹਨਾਂ ਦੀ ਪ੍ਰੋਪਰ ਦੇਖਭਾਲ ਹੋਵੇ। ਅਰਲੀ ਚਾਈਲਡਹੁੱਡ ਕੇਅਰ ਤੇ ਐਜੂਕੇਸ਼ਨ ਦੇਣਾ 6 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ। ਤੁਸੀਂ ਚਲੋ ਹੋਰ ਆਰਟੀਕਲ ਨਾ ਯਾਦ ਰੱਖ ਪਾਓ, ਭਾਵੇਂ ਆਰਟੀਕਲ 47 ਕੀ ਕਹਿੰਦਾ, 48 ਕੀ ਕਹਿੰਦਾ, ਇੰਪੋਰਟੈਂਟ ਆਰਟੀਕਲ ਆਪਾਂ ਯਾਦ ਰੱਖਣੇ ਆ। ਬਾਕੀ ਤੁਹਾਨੂੰ ਇਹ ਜ਼ਰੂਰ ਪਤਾ ਹੋਣੇ ਚਾਹੀਦੇ ਆ ਕਿ ਕਿਹੜਾ ਪ੍ਰਿੰਸੀਪਲ ਗਾਂਧੀਅਨ ਆ, ਕਿਹੜਾ ਹੈ ਲਿਬਰਲ ਇੰਟੈਲੈਕਚੁਅਲ ਤੇ ਕਿਹੜਾ ਹੈ ਸੋਸ਼ਲਿਸਟ ਸਮਾਜਵਾਦੀ। ਆਰਟੀਕਲ 48 ਕੀ ਕਹਿੰਦਾ? ਆਧੁਨਿਕ ਅਤੇ ਵਿਗਿਆਨਿਕ ਲੀਹਾਂ ਤੇ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਸੰਗਠਨ। ਵੀ ਤੁਸੀਂ ਖੇਤੀਬਾੜੀ, ਐਗਰੀਕਲਚਰ ਤੇ ਆਪਣਾ ਪਸ਼ੂ ਪਾਲਣ ਇਹ ਕੀ ਆ ਮਾਡਰਨ ਤੇ ਸਾਇੰਟੀਫਿਕ ਲਾਈਨਸ ਤੇ ਕਰਨਾ ਹੈ। ਆਧੁਨਿਕ ਅਤੇ ਵਿਗਿਆਨਿਕ ਲੀਹਾਂ ਤੇ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਸੰਗਠਨ। ਆਰਟੀਕਲ 48A ਕੀ ਕਹਿੰਦਾ? ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਕਰਨਾ, ਜੰਗਲਾਂ ਅਤੇ ਜੰਗਲੀ ਜੀਵਨ ਦੀ ਸੁਰੱਖਿਆ ਕਰਨਾ, ਐਨਵਾਇਰਨਮੈਂਟ ਨਾਲ ਸੰਬੰਧਿਤ, ਪ੍ਰੋਟੈਕਸ਼ਨ ਐਂਡ ਇੰਪਰੂਵਮੈਂਟ ਆਫ ਐਨਵਾਇਰਨਮੈਂਟ ਐਂਡ ਸੇਫਗਾਰਡਿੰਗ ਆਫ ਫੋਰੈਸਟ ਐਂਡ ਵਾਈਲਡ ਲਾਈਫ। ਠੀਕ ਹੈ ਨਾ, ਐਨਵਾਇਰਨਮੈਂਟ ਦੀ ਗੱਲ ਵੀ ਆ ਗਈ, ਜੰਗਲਾਂ ਦੀ ਗੱਲ ਵੀ ਆ ਗਈ ਤੇ ਜੰਗਲੀ ਜੀਵਾਂ ਦੀ ਗੱਲ ਵੀ ਆ ਗਈ। ਤੁਹਾਨੂੰ ਨਾ ਇਸ ਤਰ੍ਹਾਂ ਦੇ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਆ ਕਿ ਇੱਕ ਸਟੇਟਮੈਂਟ ਦੇ ਦੇਣੀ ਆ ਤੇ ਤੁਹਾਨੂੰ ਪੁੱਛਿਆ ਜਾਣਾ ਕਿ ਇਹ ਕੀ ਫੰਡਾਮੈਂਟਲ ਰਾਈਟ ਆ, ਇਹ ਕੀ ਫੰਡਾਮੈਂਟਲ ਡਿਊਟੀ ਆ, ਕੀ ਇਹ ਡਾਇਰੈਕਟਿਵ ਪ੍ਰਿੰਸੀਪਲ ਆ ਜਾਂ ਕੀ ਇਹ ਪ੍ਰੀਐਂਬਲ ਵਿੱਚ ਲਿਖਿਆ ਆ। ਇਸ ਤਰ੍ਹਾਂ ਦੇ ਆਪਸ਼ਨ ਦਿੱਤੇ ਜਾਣੇ ਆ। ਹੁਣ ਪੜ੍ਹਨ 'ਚ ਤੁਹਾਨੂੰ ਇਹ ਲੱਗਣਾ ਆ ਕਿ ਇਹ ਫੰਡਾਮੈਂਟਲ ਡਿਊਟੀ ਆ, ਪਰ ਇਹ ਕੀ ਆ, ਇਹ ਹੈ ਡਾਇਰੈਕਟਿਵ ਪ੍ਰਿੰਸੀਪਲ। ਆਰਟੀਕਲ 49 ਕੀ ਕਹਿੰਦਾ? ਰਾਸ਼ਟਰੀ ਮਹੱਤਵ ਵਾਲੇ ਸਮਾਰਕਾਂ, ਸਥਾਨਾਂ ਅਤੇ ਵਸਤੂਆਂ ਦੀ ਸੁਰੱਖਿਆ ਕਰਨਾ, ਹਨਾ, ਪ੍ਰੋਟੈਕਸ਼ਨ ਕਰਨਾ, ਪ੍ਰੀਜ਼ਰਵ ਕਰਨਾ। ਜਿਹੜੇ ਸਾਡੇ ਨੈਸ਼ਨਲ ਇੰਪੋਰਟੈਂਸ ਵਾਲੇ ਸਾਡੇ ਸਥਾਨ ਆ, ਸਮਾਰਕ ਆ, ਹਨਾ, ਪਲੇਸਿਸ ਆ, ਆਬਜੈਕਟਸ ਆ, ਉਹਨਾਂ ਦੀ ਸੁਰੱਖਿਆ ਕਰਨਾ। ਆਰਟੀਕਲ 50 ਕੀ ਕਹਿੰਦਾ? ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਕਰਨਾ। ਨਿਆਂਪਾਲਿਕਾ ਜੁਡੀਸ਼ਰੀ ਨੂੰ ਐਗਜ਼ੀਕਿਊਟਿਵ ਤੋਂ ਵੱਖ ਕਰਨਾ। ਪਹਿਲਾਂ ਕੀ ਹੁੰਦਾ ਸੀ ਨਾ ਕਿ ਜਿਹੜੇ ਤੁਹਾਡੇ ਐਗਜ਼ੀਕਿਊਟਿਵ ਹੁੰਦੇ ਸੀਗੇ, ਜਿਹੜੇ ਤੁਹਾਡੇ ਮੈਜਿਸਟ੍ਰੇਟ ਵਗੈਰਾ ਹੁੰਦੇ ਸੀਗੇ, SDM ਹੁੰਦੇ ਸੀ, ਤਹਿਸੀਲਦਾਰ ਹੋ ਗਏ, ਇਹਨਾਂ ਦੇ ਕੋਲ ਜੁਡੀਸ਼ਰੀ ਵਾਲੇ ਫੰਕਸ਼ਨ ਵੀ ਸੀਗੇ। ਪਰ ਮੇਨ ਗੱਲ ਕੀ ਆ ਕਿ ਆਰਟੀਕਲ 50 ਤਹਿਤ ਜੁਡੀਸ਼ਰੀ ਨੂੰ ਐਗਜ਼ੀਕਿਊਟਿਵ ਤੋਂ ਅਲੱਗ ਕਰਨਾ।
ਅਸੀਂ ਅੱਗੇ ਜਾ ਕੇ ਪੜਾਂਗੇ ਵੀ ਕਿਹੜੇ ਸਟੈਪ ਚੱਕੇ ਗਏ। ਇਹ ਗੱਲਾਂ ਤਾਂ ਸੰਵਿਧਾਨ ਨਿਰਮਾਣ ਸਮੇਂ ਕਹਿ ਦਿੱਤੀਆਂ ਗਈਆਂ ਵੀ ਆਹ ਕੰਮ ਕਰਨੇ ਆ, ਤੇ ਬਾਅਦ ਵਿੱਚ ਕਈ ਤਰ੍ਹਾਂ ਦੇ ਕੰਮ ਸਰਕਾਰਾਂ ਨੇ ਕੀਤੇ ਵੀ, ਕਾਨੂੰਨ ਵੀ ਲੈ ਕੇ ਆਏ। ਅਸੀਂ ਪੜਾਂਗੇ ਕਿਹੜੇ ਕਾਨੂੰਨ ਲੈ ਕੇ ਆਏ ਆ। ਅੱਛਾ ਜੀ, ਆਰਟੀਕਲ 51 ਕਹਿੰਦਾ ਕਿ ਸਰਕਾਰਾਂ ਨੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦਾ ਪ੍ਰਚਾਰ ਕਰਨਾ, ਹੈ ਨਾ, ਪੀਸ ਐਂਡ ਸਿਕਿਉਰਿਟੀ। ਅੰਤਰਰਾਸ਼ਟਰੀ ਲੈਵਲ ਤੇ ਸ਼ਾਂਤੀ ਤੇ ਸਿਕਿਉਰਿਟੀ ਵਗੈਰਾ, ਪ੍ਰੋਟੈਕਸ਼ਨ ਔਰ ਸਿਕਿਉਰਿਟੀ ਬਣੀ ਰਵੇ, ਉਹਦਾ ਪ੍ਰਚਾਰ ਕਰਨਾ। ਰਾਸ਼ਟਰਾਂ ਵਿਚਕਾਰ ਨਿਆਂਪੂਰਨ ਅਤੇ ਸਤਿਕਾਰਯੋਗ ਸੰਬੰਧ ਬਣਾਈ ਰੱਖਣਾ। ਹੁਣ ਦੇਖੋ ਨਾ, ਆਹ ਆਰਟੀਕਲ ਆ, ਆਰਟੀਕਲ 51, ਇਹ ਇੰਟਰਨੈਸ਼ਨਲ ਰਿਲੇਸ਼ਨ ਨਾਲ ਡੀਲ ਕਰ ਰਿਹਾ ਆ। ਉਹਦੇ ਵਿੱਚ ਅੱਗੇ 3-4 ਗੱਲਾਂ ਹੈਗੀਆਂ। ਅਲੱਗ-ਅਲੱਗ ਨੇਸ਼ਨਸ ਵਿਚਕਾਰ, ਰਾਸ਼ਟਰਾਂ ਵਿਚਕਾਰ ਨਿਆਂਪੂਰਨ ਅਤੇ ਸਤਿਕਾਰਯੋਗ ਸੰਬੰਧ ਬਣਾਈ ਰੱਖਣਾ। ਅੰਤਰਰਾਸ਼ਟਰੀ ਕਾਨੂੰਨ ਅਤੇ ਸੰਧੀਆਂ ਲਈ ਆਦਰ ਨੂੰ ਵਧਾਉਣਾ। ਜੋ ਵਰਲਡ ਲੈਵਲ ਤੇ ਕਾਨੂੰਨ ਬਣਦੇ ਆ ਜਾਂ ਕੋਈ ਇਹਨਾਂ ਦੀ ਸੰਧੀ ਸਾਈਨ ਹੁੰਦੀ ਆ, ਟ੍ਰੀਟੀ ਸਾਈਨ ਹੁੰਦੀ ਆ, ਤੇ ਉਹਦੀ ਰਿਸਪੈਕਟ ਕਰਨੀ, ਉਹਦੀ ਪਾਲਣਾ ਕਰਨੀ। ਸਾਲਸੀ ਦੁਆਰਾ ਅੰਤਰਰਾਸ਼ਟਰੀ ਵਿਵਾਦਾਂ ਦੇ ਨਿਪਟਾਰੇ ਨੂੰ ਉਤਸ਼ਾਹਿਤ ਕਰਨਾ। ਮੀਨ ਜਿਹੜਾ ਇੰਟਰਨੈਸ਼ਨਲ ਡਿਸਪਿਊਟਸ ਆ ਨਾ, ਉਹਨੂੰ ਕੋਸ਼ਿਸ਼ ਕਰੋ ਕਿਸ ਤਰ੍ਹਾਂ, ਆਰਬਿਟ੍ਰੇਸ਼ਨ ਮਤਲਬ ਗੱਲਬਾਤ ਨਾਲ। ਆਰਬਿਟ੍ਰੇਸ਼ਨ ਹੁੰਦਾ ਜੀ ਵੀ ਗੱਲਬਾਤ ਨਾਲ ਮਸਲੇ ਸਮਝਾਉਣੇ, ਠੀਕ ਹੈ ਨਾ, ਜੰਗ ਦੀ ਨੌਬਤ ਨਾ ਆਵੇ। ਜਿਹੜੇ ਤੁਹਾਡੇ ਕੋਈ ਇੱਕ ਦੇਸ਼ ਤੇ ਦੂਸਰੇ ਦੇਸ਼ ਨਾਲ ਜੇ ਕੋਈ ਸੰਬੰਧ ਵਿਗੜੇ ਆ, ਕੋਈ ਡਿਸਪਿਊਟ ਆ, ਤੇ ਉਹਦਾ ਨਿਪਟਾਰਾ ਕਿਸ ਤਰ੍ਹਾਂ ਕਰਨਾ, ਆਰਬਿਟ੍ਰੇਸ਼ਨ ਨਾਲ, ਗੱਲਬਾਤ ਨਾਲ। ਇਸ ਤਰ੍ਹਾਂ ਦੀ ਗੱਲਾਂ ਨੂੰ ਵਧਾਉਣਾ, ਇਹ ਕੀ ਆ, ਡਾਇਰੈਕਟਿਵ ਪ੍ਰਿੰਸੀਪਲ ਆ। ਠੀਕ ਹੈ ਜੀ। ਹੁਣ ਨਾ ਬਾਅਦ ਵਿੱਚ ਕੁਛ ਸੰਵਿਧਾਨਿਕ ਸੋਧਾਂ ਦੁਆਰਾ ਠੀਕ, ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਆ, ਨਿਰਦੇਸ਼ਕ ਸਿਧਾਂਤ ਆ, ਉਹ ਜੋੜੇ ਗਏ ਸੀ। ਇਹ ਪੁਆਇੰਟ, ਇਹ ਬੜਾ ਇੰਪੋਰਟੈਂਟ ਆ ਟੌਪਿਕ ਹੈ ਜੀ। ਤੁਹਾਨੂੰ ਦੇ ਦਿੱਤਾ ਜਾਏਗਾ ਕਿ ਆਹ ਪ੍ਰਿੰਸੀਪਲ ਆ ਜਿਹੜਾ, ਆਹ ਡਾਇਰੈਕਟਿਵ ਪ੍ਰਿੰਸੀਪਲ ਆ ਜਿਹੜਾ, ਨਿਰਦੇਸ਼ਕ ਸਿਧਾਂਤ ਆ ਜਿਹੜਾ, ਉਹ ਕਿਹੜੇ ਸੰਵਿਧਾਨਿਕ ਸੋਧ ਦੁਆਰਾ ਜੋੜਿਆ ਗਿਆ ਸੀ। ਠੀਕ, ਤਾਂ ਤੁਸੀਂ ਯਾਦ ਰੱਖਣਾ, ਕੁਝ ਜੋੜੇ ਗਏ ਸੀ 42ਵੇਂ ਸੰਵਿਧਾਨਿਕ ਸੋਧ ਐਕਟ ਦੁਆਰਾ। ਠੀਕ ਹੈ ਜੀ। ਕੁਝ ਜੋੜੇ ਗਏ 44ਵੇਂ ਸੋਧ ਐਕਟ ਦੁਆਰਾ, ਬੇਸਿਕਲੀ ਇੱਕ ਹੀ। ਠੀਕ, ਇੱਕ ਜੋੜਿਆ ਗਿਆ 86ਵੇਂ ਸੋਧ ਐਕਟ ਦੁਆਰਾ। ਠੀਕ, ਤੇ ਇੱਕ ਜੋੜਿਆ ਗਿਆ ਤੁਹਾਡਾ 97ਵੇਂ ਸੋਧ ਐਕਟ ਦੁਆਰਾ। ਇਹ ਮੇਨ ਆ। ਹੁਣ ਤੁਸੀਂ ਕੀ ਕਰਨਾ, ਰੱਟਾ ਲਗਾ ਲੈਣਾ ਕਿ 97ਵੇਂ ਅਮੈਂਡਮੈਂਟ ਐਕਟ ਦੁਆਰਾ ਕਿਹੜਾ ਪ੍ਰਿੰਸੀਪਲ ਐਡ ਹੋਇਆ, 86ਵੇਂ ਦੁਆਰਾ ਕਿਹੜਾ ਐਡ ਹੋਇਆ, 44ਵੇਂ ਦੁਆਰਾ ਕਿਹੜਾ ਐਡ ਹੋਇਆ, ਤਾਂ ਜਿਹੜੇ ਬਚ ਗਏ ਉਹ ਕੀ ਆ, 42ਵੇਂ ਦੁਆਰਾ ਐਡ ਹੋਏ ਆ। ਇਹ ਤੁਸੀਂ ਯਾਦ ਕਰ ਲੈਣਾ ਤਾਂ ਕਿ ਪੇਪਰ ਵਿੱਚ ਆਨਸਰ ਕੱਢਣ ਲਈ ਤੁਹਾਨੂੰ ਆਸਾਨੀ ਹੋਵੇ। ਹੁਣ ਅਸੀਂ ਹੌਲੀ ਹੌਲੀ ਪੜ੍ਹਦੇ ਹਾਂ ਜੀ। 42ਵੇਂ ਸੰਵਿਧਾਨਿਕ ਸੋਧ ਐਕਟ ਦੁਆਰਾ 4 ਡਾਇਰੈਕਟਿਵ ਪ੍ਰਿੰਸੀਪਲਸ ਐਡ ਹੋਏ ਸੀ। ਪੜ੍ਹ ਲੈਂਦੇ ਹਾਂ ਜੀ ਕਿਹੜੇ 4 ਸੀ। ਆਰਟੀਕਲ 39 ਐਡ ਹੋਇਆ ਕਿ ਬੱਚਿਆਂ ਦੇ ਸਿਹਤਮੰਦ ਵਿਕਾਸ ਲਈ ਮੌਕੇ ਪ੍ਰਦਾਨ ਕਰਨਾ, ਬੱਚਿਆਂ ਦਾ ਕੀ ਹੈ, ਹੈਲਦੀ ਡਿਵੈਲਪਮੈਂਟ ਹੋਵੇ, ਇਸ ਤਰ੍ਹਾਂ ਦੇ ਮੌਕੇ ਪ੍ਰਦਾਨ ਕਰਨਾ ਸਟੇਟ ਨੇ। ਆਰਟੀਕਲ 19A ਕੀ ਕਹਿੰਦਾ, ਗਰੀਬਾਂ ਲਈ ਬਰਾਬਰ ਨਿਆਂ ਅਤੇ ਮੁਫਤ ਕਾਨੂੰਨੀ ਸਹਾਇਤਾ। ਬਰਾਬਰ ਮਤਲਬ ਵੀ ਉਹ ਦੂਸਰੇ ਤੋਂ ਪਿੱਛੇ ਨਾ ਰਹਿ ਜਾਣ, ਉਹ ਇਸ ਤਰ੍ਹਾਂ ਦਾ ਨਾ ਹੋਵੇ ਕਿ ਇਹਨਾਂ ਨੂੰ ਨਿਆਂ ਨਾ ਮਿਲੇ। ਠੀਕ, ਨਿਆਂ ਇਹਨਾਂ ਨੂੰ ਵੀ ਬਰਾਬਰ ਮਿਲੇ ਤੇ ਮੁਫਤ ਕਾਨੂੰਨੀ ਸਹਾਇਤਾ ਮਿਲੇ। ਮੈਂ ਦੱਸਿਆ ਕਿ ਜਿਸ ਤਰ੍ਹਾਂ ਇਹ ਵਕੀਲ ਵਗੈਰਾ ਜੇ ਨਹੀਂ ਕਰ ਸਕਦਾ, ਕੋਈ ਗਰੀਬ ਬੰਦਾ ਆ, ਉਹਦੇ ਉੱਤੇ ਕੋਈ ਆਰੋਪ ਲੱਗਾ ਆ, ਤਾਂ ਜੇ ਉਹ ਆਪਣੇ ਆਪ ਲਈ, ਉਹਦੇ ਕੋਲ ਇੰਨੇ ਪੈਸੇ ਨਹੀਂ ਕਿ ਵਕੀਲ ਕਰ ਸਕੇ, ਤਾਂ ਸਰਕਾਰ ਉਹਨੂੰ ਵਕੀਲ ਦਿੰਦੀ ਆ, ਹੋਰ ਵੀ ਕਾਨੂੰਨੀ ਸਹਾਇਤਾ ਮੁਫਤ ਦਿੰਦੀ ਆ, ਉਹਨੂੰ ਵੀ ਇਕੁਅਲ ਆਪਣਾ ਲੀਗਲ ਅਸਿਸਟੈਂਸ ਵਗੈਰਾ ਨਿਆਂ ਦਿੱਤਾ ਜਾਂਦਾ। ਆਰਟੀਕਲ 43A ਕੀ ਕਹਿੰਦਾ, ਉਦਯੋਗਾਂ ਦੇ ਪ੍ਰਬੰਧਨ ਵਿੱਚ ਮਜ਼ਦੂਰਾਂ ਦੀ ਭਾਗੀਦਾਰੀ। ਜੇ ਕੋਈ ਉਦਯੋਗ ਆ, ਇੰਡਸਟਰੀ ਆ, ਉਹਦੀ ਮੈਨੇਜਮੈਂਟ ਵਿੱਚ ਮਜ਼ਦੂਰਾਂ ਦੀ ਵੀ, ਲੇਬਰ ਦੀ ਵੀ ਪਾਰਟੀਸਪੇਸ਼ਨ ਹੋਵੇ। ਆਰਟੀਕਲ 43A। ਠੀਕ ਹੈ ਜੀ। ਤੇ ਚੌਥਾ ਹੈ ਜੀ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਅਤੇ ਜੰਗਲਾਂ ਅਤੇ ਜੰਗਲੀ ਜੀਵਨ ਦੀ ਸੁਰੱਖਿਆ। ਤਾਂ ਜਿਹੜਾ ਇਹ ਵਾਲਾ ਸਿਧਾਂਤ ਆ, ਇਹ ਵੀ 42nd ਅਮੈਂਡਮੈਂਟ ਦੁਆਰਾ ਐਡ ਹੋਇਆ ਸੀ। ਤੁਸੀਂ ਯਾਦ ਰੱਖਣਾ ਕਿ 4 ਐਡ ਹੋਏ ਆ 42nd ਦੁਆਰਾ, ਇਹਨਾਂ ਨੂੰ ਪੜ੍ਹ ਲੈਣਾ 3-4 ਵਾਰੀ।
अच्छा, पर आ रट्टे ला के रखने आ, 44वें दुबारा किहड़ा ऐड होया, 86वें दुबारा किहड़ा ऐड होया ते 97वें दुबारा किहड़ा ऐड होया। जे तुहानूं ये तीन पता तो जिहड़े बाकी बचे वो समझ लो 42वें दुबारा ऐड होए आ। पढ़ लैंदे जी। आमदन, स्टेटस, रुतबे, सहूलतां ਅਤੇ ਮੌਕਿਆਂ ਵਿੱਚ ਅਸਮਾਨਤਾਵਾਂ ਨੂੰ ਘੱਟ ਕਰਨਾ। ਆਰਟੀਕਲ 38 ਦੇ ਤਹਿਤ ਇਹ ਕਦੋਂ ਐਡ ਹੋਇਆ? ਸੰਵਿਧਾਨ ਦੀ 44ਵੀਂ ਅਮੈਂਡਮੈਂਟ ਐਕਟ ਸ਼ੋਧ ਐਕਟ 1978 ਵਿੱਚ। ਫਿਰ ਜੀ 86ਵੀਂ ਸ਼ੋਧ ਐਕਟ ਦੁਆਰਾ ਕਦੋਂ? 2002 ਵਿੱਚ ਧਾਰਾ 45 ਦਾ ਵਿਸ਼ਾ ਵਸਤੂ ਬਦਲ ਦਿੱਤਾ ਗਿਆ ਸੀ। 86ਵੀਂ ਸ਼ੋਧ ਐਕਟ ਕਿਹਦੇ ਨਾਲ ਸੰਬੰਧਿਤ ਸੀ? ਰਾਈਟ ਟੂ ਐਜੂਕੇਸ਼ਨ ਨਾਲ। ਤੇ ਅਸੀਂ ਪੜ੍ਹਿਆ ਕਿ ਇਸ ਐਕਟ ਦੇ ਦੁਆਰਾ ਇੱਕ ਫੰਡਾਮੈਂਟਲ ਡਿਊਟੀ ਐਡ ਹੋਈ, ਇੱਕ ਫੰਡਾਮੈਂਟਲ ਰਾਈਟ ਐਡ ਹੋਇਆ ਤੇ ਡਾਇਰੈਕਟਿਵ ਪ੍ਰਿੰਸੀਪਲ ਦਾ ਸਬਜੈਕਟ ਮੈਟਰ ਵਿਸ਼ਾ ਵਸਤੂ ਚੇਂਜ ਕਰਤਾ। ਤੇ ਨਵਾਂ ਆਰਟੀਕਲ ਕੀ ਕਹਿੰਦਾ ਆ? 6 ਸਾਲ ਦੀ ਉਮਰ ਦੇ ਪੂਰੇ ਹੋਣ ਤੱਕ ਸਾਰੇ ਬੱਚਿਆਂ ਲਈ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ। 6 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਦੇਖਭਾਲ ਤੇ ਸਿੱਖਿਆ। ਠੀਕ ਹੈ ਜੀ, ਉਹਨਾਂ ਦੀ ਵੀ ਦੇਖਭਾਲ ਕਰਨੀ ਆ। ਪਹਿਲਾਂ ਕੀ ਸੀਗਾ? ਪਹਿਲਾਂ 6 ਤੋਂ 14 ਸਾਲ ਦੀ ਉਮਰ ਤੱਕ ਬੱਚਿਆਂ ਦੀ ਗੱਲ ਹੁੰਦੀ ਸੀ। ਇਹਨਾਂ ਨੇ ਕਿਹਾ ਨਹੀਂ, 6 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਵੀ ਦੇਖਭਾਲ ਤੇ ਸਿੱਖਿਆ ਦੇ ਪ੍ਰਬੰਧ ਹੋਣੇ ਚਾਹੀਦੇ ਆ। ਇਹ ਵੀ ਸਰਕਾਰ ਦਾ ਕੰਮ ਆ। ਇਹ ਕਦੋਂ ਐਡ ਹੋਇਆ? 86ਵੀਂ ਸ਼ੋਧ ਐਕਟ ਦੁਆਰਾ। ਠੀਕ ਹੈ ਜੀ। ਤੇ 2011 ਵਿੱਚ 97th ਅਮੈਂਡਮੈਂਟ ਐਕਟ ਦੁਆਰਾ ਧਾਰਾ 43B ਐਡ ਹੋਈ। ਇਹ ਕਿ ਇਹਨੇ ਕੀ ਕਿਹਾ? ਸਹਿਕਾਰੀ ਸਭਾਵਾਂ ਮਤਲਬ ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ ਨਾ ਪਿੰਡਾਂ 'ਚ, ਉਹ ਇਕੱਠੀਆਂ ਹੁੰਦੀਆਂ ਆ, ਪੈਸੇ ਇਕੱਠੇ ਕਰਦੀਆਂ, ਪੈਸੇ ਪਾਉਂਦੇ ਆ, ਉਹ ਜੋੜਦੇ ਆ, ਫਿਰ ਉਹ ਜੋੜੇ ਹੋਏ ਪੈਸੇ ਐਜ਼ ਏ ਸਿਕਿਉਰਿਟੀ ਬੈਂਕ ਵਗੈਰਾ ਵਿੱਚ ਰੱਖਦੇ ਆ, ਲੋਨ ਲੈਂਦੇ ਆ, ਜਾਂ ਪੈਸੇ ਜੋੜ ਕੇ ਪੈਸੇ ਇਕੱਠੇ ਕਰਕੇ ਕੁਛ ਇਕੱਠਾ ਕੰਮ ਸ਼ੁਰੂ ਕਰਦੇ ਆ। ਤੇ ਇਹ ਸਹਿਕਾਰੀ ਸਭਾਵਾਂ ਹੁੰਦੀਆਂ ਜੀ, ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ। ਵੀ ਇਹ ਕੋਆਪਰੇਟਿਵ ਸੁਸਾਇਟੀਜ਼ ਨੂੰ ਪ੍ਰਮੋਟ ਕਰਨਾ, ਉਤਸ਼ਾਹਿਤ ਕਰਨਾ, ਇਹ ਵੀ ਸਰਕਾਰ ਦਾ ਕੰਮ ਆ। ਇਹ 97ਵੇਂ ਸ਼ੋਧ ਐਕਟ ਦੁਆਰਾ ਜੋੜਿਆ ਗਿਆ। 44ਵੇਂ ਦੁਆਰਾ ਕੀ ਜੋੜਿਆ, 86ਵੇਂ ਦੁਆਰਾ ਕੀ ਜੋੜਿਆ ਤੇ 97ਵੇਂ ਦੁਆਰਾ ਕੀ ਜੋੜਿਆ? ਇਹ ਤਿੰਨ ਤੁਸੀਂ ਯਾਦ ਕਰ ਲਿਓ ਜੀ। ਜੋ 4 ਬਚ ਗਏ ਉਹ 42ਵੇਂ ਦੁਆਰਾ ਜੋੜੇ ਗਏ ਆ। ਇਹਨਾਂ ਉੱਤੇ ਅਕਸਰ UPSC ਪ੍ਰਸ਼ਨ ਪੁੱਛ ਲੈਂਦੀ ਆ। ਅੱਛਾ ਜੀ, ਹੁਣ ਜੇ ਡਾਇਰੈਕਟਿਵ ਪ੍ਰਿੰਸੀਪਲਸ ਨॉन ਜਸਟਿਸਿਏਬਲ ਆ, ਗੈਰ ਨਿਆਂਯੋਗ ਆ, ਮਤਲਬ ਇਹਨਾਂ ਦੀ ਅਵਹੇਲਨਾ ਹੋ ਜਾਏ, ਉਲੰਘਣਾ ਹੋ ਜਾਏ, ਤਾਂ ਤੁਸੀਂ ਕੋਰਟ ਵਿੱਚ ਨਹੀਂ ਜਾ ਸਕਦੇ। ਪਰ ਇਹਨਾਂ ਦੇ ਪਿੱਛੇ ਅਸਲ ਤਾਕਤ ਕੀ ਆ? ਫਿਰ ਵੀ ਇਹਨਾਂ ਦੇ ਪਿੱਛੇ ਪਾਵਰ ਤਾਂ ਹੈ ਨਾ। ਉਹ ਹੁੰਦੀ ਜੀ ਜਨਤਕ ਰਾਏ, ਪਬਲਿਕ ਓਪੀਨੀਅਨ। ਜੇ ਪਬਲਿਕ ਓਪੀਨੀਅਨ ਇਹ ਬਣ ਜਾਏ ਕਿ ਯੂਨੀਫਾਰਮ ਸਿਵਲ ਕੋਡ ਲੈ ਕੇ ਆਉਣਾ ਆ, ਤਾਂ ਸਰਕਾਰਾਂ ਇਸ ਓਪੀਨੀਅਨ ਨੂੰ, ਇਸ ਰਾਏ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀਆਂ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਕਿ ਜਦੋਂ ਇਲੈਕਸ਼ਨ ਹੋਣੇ ਆ ਤਾਂ ਅਸੀਂ ਹਾਰ ਜਾਣਾ, ਕਿਉਂਕਿ ਜਨਤਾ ਦੀ ਆਹ ਰਾਏ ਆ। ਇਸ ਕਰਕੇ ਡੈਮੋਕ੍ਰੇਸੀ ਵਿੱਚ ਸਭ ਤੋਂ ਜ਼ਰੂਰੀ ਕੀ ਹੁੰਦਾ? ਜਨਤਾ ਦੀ ਰਾਏ ਕੀ ਹੁੰਦੀ ਆ। ਹੁਣ ਆਮ ਜਨਤਾ ਪਤਾ ਕੀ ਸਮਝਦੀ ਆ ਕਿ ਆਹ ਪਾਰਟੀ ਨੇ ਸੁਧਾਰ ਨਹੀਂ ਕੀਤਾ ਤੇ ਆਹ ਪਾਰਟੀ ਨੂੰ ਵੋਟਾਂ ਦੇ ਦਈਏ। ਅੱਛਾ, ਇਹਨੇ ਵੀ ਸੁਧਾਰ ਨਹੀਂ ਕੀਤਾ ਤੇ ਆਹ ਪਾਰਟੀ ਨੂੰ ਵੋਟਾਂ ਦੇ ਕੇ ਦੇਖ ਲਈਏ ਨਾ। ਨਹੀਂ ਡੈਮੋਕ੍ਰੇਸੀ ਚੱਲਦੀ। ਡੈਮੋਕ੍ਰੇਸੀ ਚੱਲਦੀ ਹੈ ਤੁਹਾਡੇ ਪਬਲਿਕ ਓਪੀਨੀਅਨ ਨਾਲ। ਜਿੰਨੀ ਜਾਗਰੂਕ ਹੋਵੇਗੀ ਜਨਤਾ ਆਪਣੇ ਮੁੱਦਿਆਂ ਪ੍ਰਤੀ, ਜਿੰਨੀ ਜਾਗਰੂਕ ਹੋਏਗੀ, ਉਨੀ ਹੀ ਕੀ ਆ, ਸਰਕਾਰ ਤੇ ਪ੍ਰੈਸ਼ਰ ਆਉਂਦਾ ਆ। ਅੱਛਾ ਜੀ, ਡਾਕਟਰ BR ਅੰਬੇਦਕਰ ਅਨੁਸਾਰ ਚੋਣਾਂ ਦੇ ਸਮੇਂ ਜਨਤਕ ਦਬਾਅ ਸਰਕਾਰ ਨੂੰ ਡਾਇਰੈਕਟਿਵ ਪ੍ਰਿੰਸੀਪਲਸ ਲਾਗੂ ਕਰਨ ਲਈ ਮਜਬੂਰ ਕਰੇਗਾ। ਜਿੰਨਾ ਜਨਤਾ ਦਾ ਦਬਾਅ ਹੋਏਗਾ, ਸਰਕਾਰਾਂ ਓਨਾ ਹੀ ਉਹਨਾਂ ਦੀ ਗੱਲ ਮੰਨੇਗੀ। ਤਾਂ ਜੇ ਡਾਇਰੈਕਟਿਵ ਪ੍ਰਿੰਸੀਪਲ ਦੇ ਉੱਤੇ ਆਮ ਜਨਤਾ ਦੀ ਸਹਿਮਤੀ ਆ, ਆਮ ਜਨਤਾ ਵਿੱਚ ਇੱਕ ਲੋਕ ਰਾਏ ਬਣ ਚੁੱਕੀ ਆ, ਤਾਂ ਸਰਕਾਰਾਂ ਵੀ ਡਾਇਰੈਕਟਿਵ ਪ੍ਰਿੰਸੀਪਲਸ ਨੂੰ ਲਾਗੂ ਕਰਨਗੀਆਂ। ਹੁਣ ਗੱਲ ਆਉਂਦੀ ਜੀ ਕਿ ਡਾਇਰੈਕਟਿਵ ਪ੍ਰਿੰਸੀਪਲ ਨੂੰ ਗੈਰ ਨਿਆਂਯੋਗ ਕਿਉਂ ਬਣਾਇਆ ਗਿਆ? ਇਸ ਨੂੰ ਨॉन ਜਸਟਿਸਿਏਬਲ ਕਿਉਂ ਬਣਾਇਆ ਗਿਆ? ਕਿਉਂ ਇਹਨਾਂ ਦੀ ਉਲੰਘਣਾ ਵੇਲੇ ਅਸੀਂ ਅਦਾਲਤ ਵਿੱਚ ਨਹੀਂ ਜਾ ਸਕਦੇ? ਇਹਦਾ ਕਾਰਨ ਇਹ ਆ ਕਿ ਇਹਨਾਂ ਨੂੰ ਨਾ ਲਾਗੂ ਕਰਨ ਲਈ ਇੱਕ ਤਾਂ ਸਾਡੇ ਕੋਲ ਸਰੋਤ ਨਹੀਂ ਪੂਰੇ, ਪੈਸੇ ਨਹੀਂ ਹੈਗੇ। ਜਦੋਂ ਕੋਈ ਫੈਸਿਲਿਟੀ ਦੇਣੀ ਆ ਤਾਂ ਪਿੱਛੇ ਰਿਸੋਰਸਿਸ ਵੀ ਤਾਂ ਹੋਣੇ ਚਾਹੀਦੇ ਆ ਨਾ। ਤੇ ਇਹ ਹੈ ਜੀ ਮੇਨ ਗੱਲ। ਇਹਨਾਂ ਨੂੰ ਲਾਗੂ ਕਰਨ ਲਈ ਲੋੜੀਂਦੇ ਵਿੱਤੀ ਸਰੋਤਾਂ ਦੀ ਘਾਟ ਹੈ ਜੀ, ਹਨਾ, ਫਾਈਨੈਂਸ਼ੀਅਲ ਰਿਸੋਰਸਿਸ ਦੀ ਘਾਟ ਆ। ਅੱਛਾ ਜੀ, ਭਾਰੀ ਵਿਭਿੰਨਤਾ, ਦੇਸ਼ ਵਿੱਚ ਬਹੁਤ ਡਾਇਵਰਸਿਟੀ ਆ, ਪਿਛੜਾਪਨ ਆ। ਹੁਣ ਜਿਸ ਤਰ੍ਹਾਂ ਯੂਨੀਫਾਰਮ ਸਿਵਲ ਕੋਡ ਨੂੰ ਅਸੀਂ ਲਾਗੂ ਕਰੀਏ ਤਾਂ ਹੋ ਸਕਦਾ ਕਿ ਸਮਾਜ ਦਾ ਇੱਕ ਸੈਕਸ਼ਨ ਵਿਦਰੋਹ ਕਰ ਦੇ। ਉਹ ਕਵੇ ਕਿ ਸਾਡੇ ਧਾਰਮਿਕ
ਮਸਲਿਆਂ ਵਿੱਚ ਇੰਟਰਫੇਰੈਂਸ ਆ, ਇਹ ਗੱਲਾਂ ਨੂੰ ਵੀ ਧਿਆਨ ਵਿੱਚ ਰੱਖਣਾ ਪੈਂਦਾ ਆ। ਪਹਿਲਾਂ ਜਨਤਾ ਨੂੰ ਜਾਗਰਿਤ ਕਰਨਾ ਪੈਂਦਾ ਆ। ਜਦੋਂ ਜਨਤਾ ਵਿੱਚ ਆਮ ਰਾਏ ਹੋ ਜਾਏ ਫਿਰ ਤੁਸੀਂ ਉਹ ਕਾਨੂੰਨ ਲੈ ਆਓ। ਇਸ ਲਈ ਵੱਖ-ਵੱਖ ਡਾਇਰੈਕਟਿਵ ਪ੍ਰਿੰਸੀਪਲਸ ਨੂੰ ਲਾਗੂ ਕਰਨ ਲਈ ਜਨਤਕ ਸਹਿਮਤੀ ਬਣਾਉਣਾ ਆਸਾਨ ਨਹੀਂ ਸੀ। ਠੀਕ ਹੈ, ਤੇ ਜੇ ਤੁਸੀਂ ਇਹ ਕਾਨੂੰਨ ਲਾਗੂ ਕਰਨ ਲੱਗ ਜਾਓ ਹੋ ਸਕਦਾ ਜਨਤਾ ਰਿਵੋਲਟ ਕਰੇ, ਹਨਾ, ਆਮ ਜਨਤਾ ਵਿੱਚ ਨਾ ਖੁਸ਼ੀ ਫੈਲ ਜਾਏ। ਉਦਾਹਰਨ ਵਜੋਂ ਅੱਜ ਵੀ ਯੂਨੀਫਾਰਮ ਸਿਵਲ ਕੋਡ ਤੇ ਸਹਿਮਤੀ ਨਹੀਂ ਬਣ ਸਕੀ ਹੈ। ਠੀਕ ਹੈ ਜੀ, ਸਾਡੇ ਦੇਸ਼ ਦੀ ਨਵੀਂ ਆਜ਼ਾਦੀ ਪ੍ਰਾਪਤ ਕੀਤੀ ਸੀ। ਉਸ ਟਾਈਮ 'ਚ ਨਵਾਂ ਦੇਸ਼ ਆਜ਼ਾਦ ਹੋਇਆ ਸੀ, ਪਾਰਟੀਸ਼ਨ ਹੋਈ ਸੀ, ਧਰਮ ਦੇ ਆਧਾਰ ਤੇ ਦੋ ਦੇਸ਼ ਬਣੇ ਸੀ, ਆਪਸ 'ਚ ਕਾਫੀ ਡਾਇਵਰਸਿਟੀ ਸੀ, ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਅਲਗਾਵਵਾਦ ਦੀਆਂ ਆਵਾਜ਼ਾਂ ਆ ਰਹੀਆਂ ਸੀ। ਤਾਂ ਇਸ ਲਈ ਸਰਕਾਰ ਕੋਲ ਹਨਾ ਕਰਨ ਲਈ ਹੋਰ ਕਈ ਤਰਜੀਹੀ ਕੰਮ ਸੀ, ਕਈ ਹੋਰ ਇੰਪੋਰਟੈਂਟ ਕੰਮ ਸੀ ਜਿਨ੍ਹਾਂ ਉੱਤੇ ਫੋਕਸ ਕਰਨਾ ਸੀ, ਤੇ ਡਾਇਰੈਕਟਿਵ ਪ੍ਰਿੰਸੀਪਲਸ ਨੂੰ ਉਸ ਵੇਲੇ ਲਾਗੂ ਨਹੀਂ ਕੀਤਾ ਜਾ ਸਕਦਾ ਸੀ। ਆਹ ਜਿਹੜੇ ਅਸੀਂ ਪੁਆਇੰਟ ਪੜ੍ਹੇ ਨਾ 3, ਇਹ ਸਬਜੈਕਟਿਵ ਪ੍ਰਸ਼ਨ ਵਿੱਚ ਆ ਸਕਦੇ ਆ, ਜ਼ਿਆਦਾ ਚਾਂਸ ਆ ਸਬਜੈਕਟਿਵ ਪ੍ਰਸ਼ਨ ਆਉਣ ਦੇ ਮੇਨਸ ਲਈ। ਇਸ ਲਈ ਡਾਇਰੈਕਟਿਵ ਪ੍ਰਿੰਸੀਪਲ ਨੂੰ ਲਾਗੂ ਕਰਨ ਨੂੰ ਤਰਜੀਹ ਨਹੀਂ ਦਿੱਤੀ ਗਈ। ਤਰਜੀਹ ਮਤਲਬ ਪ੍ਰੈਫਰੈਂਸ ਅਵੋਇਡ ਕੀਤਾ ਗਿਆ ਉਸ ਵੇਲੇ। ਹੌਲੀ ਹੌਲੀ ਇਹਨਾਂ ਨੂੰ ਲਾਗੂ ਵੀ ਕੀਤਾ ਜਾ ਰਿਹਾ ਆ, ਕਾਨੂੰਨ ਵੀ ਆ ਰਹੇ ਆ। ਅੱਛਾ ਜੀ, ਅੱਗੇ ਗੱਲ ਆਉਂਦੀ ਹੈ ਜੀ ਫੰਡਾਮੈਂਟਲ ਰਾਈਟ, ਮੌਲਿਕ ਅਧਿਕਾਰ ਵਰਸਸ ਡਾਇਰੈਕਟਿਵ ਪ੍ਰਿੰਸੀਪਲਸ। ਇੱਕ ਪਾਸੇ ਡਾਇਰੈਕਟਿਵ ਪ੍ਰਿੰਸੀਪਲਸ ਆ, ਇੱਕ ਪਾਸੇ ਮੌਲਿਕ ਅਧਿਕਾਰ ਆ। ਇਹ ਪ੍ਰਸ਼ਨ ਬੜਾ ਕਾਫੀ ਕਈ ਵਾਰ ਉੱਠਿਆ ਕਿ ਦੋਵਾਂ ਵਿੱਚੋਂ ਜ਼ਿਆਦਾ ਇੰਪੋਰਟੈਂਟ ਕਿਹੜਾ ਆ, ਤੇ ਤੁਸੀਂ ਇਹ ਰੱਖਣਾ ਮਾਈਂਡ ਵਿੱਚ ਕਿ ਦੋਨੇ ਕੋਈ ਇਹ ਨਹੀਂ ਕਿ ਇੱਕ ਵੱਡਾ ਤੇ ਦੂਸਰਾ ਛੋਟਾ, ਇੱਕ ਜ਼ਿਆਦਾ ਇੰਪੋਰਟੈਂਟ ਦੂਜਾ ਘੱਟ ਇੰਪੋਰਟੈਂਟ, ਇਸ ਤਰ੍ਹਾਂ ਨਹੀਂ। ਮੇਨ ਗੱਲ ਆ ਕਿਸੇ ਵੀ ਡਾਇਰੈਕਟਿਵ ਪ੍ਰਿੰਸੀਪਲ ਨੂੰ ਲਾਗੂ ਕਰਨ ਲਈ ਅਸੀਂ ਮੌਲਿਕ ਅਧਿਕਾਰਾਂ ਨੂੰ ਸੋਧ ਸਕਦੇ ਹਾਂ, ਅਮੈਂਡ ਕਰ ਸਕਦੇ ਹਾਂ, ਬਸ਼ਰਤੇ ਕਿ ਸੰਵਿਧਾਨ ਦੀ ਬੇਸਿਕ ਸਟਰਕਚਰ ਉਹ ਵਾਇਓਲੇਟ ਨਾ ਹੋਵੇ। ਠੀਕ, ਸੰਵਿਧਾਨ ਦੀ ਬੇਸਿਕ ਸਟਰਕਚਰ, ਮੂਲ ਢਾਂਚਾ, ਉਹ ਉਸ ਦੀ ਉਲੰਘਣਾ ਨਾ ਹੋਵੇ। ਤਾਂ ਡਾਇਰੈਕਟਿਵ ਪ੍ਰਿੰਸੀਪਲ ਨੂੰ ਲਾਗੂ ਕਰਨ ਲਈ ਮੌਲਿਕ ਅਧਿਕਾਰਾਂ ਨੂੰ ਵੀ ਸੋਧਿਆ ਜਾ ਸਕਦਾ ਹੈ। ਠੀਕ ਹੈ ਜੀ, ਇਹਨਾਂ ਕੇਸ ਬਾਰ-ਬਾਰ ਸੁਪਰੀਮ ਕੋਰਟ ਵਗੈਰਾ 'ਚ ਗਏ ਤੇ ਅਲੱਗ-ਅਲੱਗ ਕੋਰਟ ਨੇ ਡਿਸੀਜਨ ਦਿੱਤੇ। ਮੈਂ ਇਹਨਾਂ ਡੀਪ ਨਹੀਂ ਜਾਵਾਂਗਾ, ਮੇਨ ਜਿਹੜੀਆਂ ਗੱਲਾਂ ਆ ਉਹ ਅਸੀਂ ਚੱਕ ਲੈਂਦੇ ਹਾਂ। ਪਹਿਲਾਂ ਆ ਜੀ ਮਿਨਰਵਾ ਮਿਲਸ ਕੇਸ ਵਿੱਚ 1980 ਵਿੱਚ ਸੁਪਰੀਮ ਕੋਰਟ ਨੇ ਕੀ ਕਿਹਾ। ਮਿਨਰਵਾ ਮਿਲਸ ਕੇਸ ਵਿੱਚ ਕਿਹਾ ਕਿ ਭਾਰਤੀ ਸੰਵਿਧਾਨ, ਸਾਡਾ ਜਿਹੜਾ ਕੌਨਸਟੀਟਿਊਸ਼ਨ ਆ, ਉਹ ਮੌਲਿਕ ਅਧਿਕਾਰਾਂ ਅਤੇ ਨਿਰਦੇਸ਼ਕ ਸਿਧਾਂਤਾਂ ਵਿਚਕਾਰ ਸੰਤੁਲਨ ਦੀ ਨੀਂਹ ਤੇ ਸਥਾਪਿਤ ਕੀਤਾ ਗਿਆ ਹੈ। Our constitution is formed on the balance of fundamental rights and directive principle। ਇਹਨਾਂ ਦੇ ਸੰਤੁਲਨ ਦੀ ਨੀਂਹ ਤੇ ਸਥਾਪਿਤ ਕੀਤਾ ਗਿਆ ਆ, ਆਪਸ 'ਚ ਬੈਲੈਂਸ ਵਿੱਚ ਆ। ਇਹ ਰੱਥ ਦੇ ਦੋ ਪਹੀਆਂ ਵਾਂਗ ਹਨ। ਜੇ ਇੱਕ ਨੂੰ ਦੂਜੇ ਤੇ ਪੂਰਨ ਪ੍ਰਮੁਖਤਾ ਦਿੱਤੀ ਜਾਵੇ, ਜੇ ਕਿਸੇ ਇੱਕ ਨੂੰ ਦੂਜੇ ਉੱਤੇ ਐਬਸੋਲੂਟ ਪ੍ਰੈਫਰੈਂਸ ਦਿੱਤੀ ਜਾਵੇ ਤਾਂ ਇੱਕ ਸੁਰਤਾ, ਜਾਂ ਆਪਾਂ ਕਹਿ ਲਈਏ ਸਿੱਧਾ ਸੰਵਿਧਾਨ ਦੇ ਇੱਕ ਸੁਰਤਾ ਨੂੰ ਵਿਗਾੜਿਆ ਜਾਵੇਗਾ ਦੇ ਬਰਾਬਰ ਹੋਵੇਗੀ ਇਹ ਗੱਲ। ਸਿੰਪਲੀ ਗੱਲ ਕਹਿ ਦਈਏ ਨਾ, ਇਹ ਦੋਨਾਂ ਦੀ ਕੀ ਆ, ਆਪਣੀ ਆਪਣੀ ਇੰਪੋਰਟੈਂਸ ਆ। ਇਹ ਰੱਥ ਦੇ ਦੋ ਪਹੀਏ ਆ, ਜੇ ਇੱਕ ਨੂੰ ਵੱਡਾ ਕਰ ਦਈਏ ਦੂਜੇ ਨੂੰ ਛੋਟਾ ਕਰ ਦਈਏ ਤੇ ਕੀ ਆ, ਰੱਥ ਦਾ ਬੈਲੈਂਸ ਵਿਗੜ ਜਾਵੇਗਾ। ਉਸੇ ਹਿਸਾਬ ਨਾਲ ਸਾਡੇ ਸੰਵਿਧਾਨ ਦਾ ਬੈਲੈਂਸ ਵਿਗੜ ਜਾਵੇਗਾ। ਇਹ ਇੱਕ ਸੁਰਤਾ ਅਤੇ ਸੰਤੁਲਨ ਡਾਇਰੈਕਟਿਵ ਪ੍ਰਿੰਸੀਪਲਸ ਅਤੇ ਫੰਡਾਮੈਂਟਲ ਰਾਈਟਸ ਸੰਵਿਧਾਨ ਦੇ ਮੂਲ ਢਾਂਚੇ ਦੀ ਇੱਕ ਜ਼ਰੂਰੀ ਵਿਸ਼ੇਸ਼ਤਾ ਹੈ, ਇੰਪੋਰਟੈਂਟ ਫੀਚਰ ਆ ਸਾਡੇ ਬੇਸਿਕ ਸਟਰਕਚਰ ਆਫ ਦਾ ਕੌਨਸਟੀਟਿਊਸ਼ਨ ਦੀ। ਇਹ ਬੈਲੈਂਸ ਆ ਜਿਹੜਾ ਕਿਹਦੇ ਵਿਚਕਾਰ ਬੈਲੈਂਸ, ਡਾਇਰੈਕਟਿਵ ਪ੍ਰਿੰਸੀਪਲਸ ਤੇ ਫੰਡਾਮੈਂਟਲ ਰਾਈਟਸ ਦੇ ਵਿਚਕਾਰ ਜਿਹੜਾ ਬੈਲੈਂਸ ਆ ਉਹ ਕੀ ਆ, ਸਾਡੇ ਸੰਵਿਧਾਨ ਦੀ ਜ਼ਰੂਰੀ ਵਿਸ਼ੇਸ਼ਤਾ ਆ, ਇੰਪੋਰਟੈਂਟ ਫੀਚਰ ਆ। ਮਿਨਰਵਾ ਮਿਲਸ ਕੇਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਨਹੀਂ ਕਿ ਕੋਈ ਇੱਕ ਵੱਡਾ ਆ, ਕੋਈ ਇੱਕ ਜ਼ਿਆਦਾ ਇੰਪੋਰਟੈਂਟ ਆ ਤੇ ਦੂਸਰਾ ਘੱਟ ਇੰਪੋਰਟੈਂਟ ਆ। ਅੱਛਾ ਜੀ, ਡਾਇਰੈਕਟਿਵ ਪ੍ਰਿੰਸੀਪਲਸ ਨੂੰ ਲਾਗੂ ਕਰਨ ਲਈ ਮੌਲਿਕ ਅਧਿਕਾਰਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ। ਜੇ ਤੁਸੀਂ ਡਾਇਰੈਕਟਿਵ ਪ੍ਰਿੰਸੀਪਲ ਨੂੰ ਲਾਗੂ ਕਰਨਾ ਆ, ਕਾਨੂੰਨ ਲੈ ਕੇ ਆਉਣਾ ਆ, ਤਾਂ ਤੁਸੀਂ ਫੰਡਾਮੈਂਟਲ ਰਾਈਟਸ, ਮੌਲਿਕ ਅਧਿਕਾਰਾਂ ਨੂੰ ਵੀ ਅਮੈਂਡ ਕਰ ਸਕਦੇ ਆ। ਪਰ ਬੁਨਿਆਦੀ ਸ਼ਰਤ ਕੀ ਆ
ਕਿ ਸੰਵਿਧਾਨ ਦਾ ਮੂਲ ਢਾਂਚਾ ਬੇਸਿਕ ਸਟਰਕਚਰ ਉਹ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਆ ਜੀ ਮੇਨ ਗੱਲ, ਇਹ ਤੁਸੀਂ ਯਾਦ ਰੱਖਿਓ। ਮਤਲਬ ਐਟ ਪ੍ਰੈਜ਼ੈਂਟ ਇਹ ਸਿਚੁਏਸ਼ਨ ਆ ਕਿ ਡਾਇਰੈਕਟਿਵ ਪ੍ਰਿੰਸੀਪਲਸ ਨੂੰ ਲਾਗੂ ਕਰਨ ਲਈ ਫੰਡਾਮੈਂਟਲ ਰਾਈਟਸ ਵਿੱਚ ਸ਼ੋਧ ਕੀਤੀ ਜਾ ਸਕਦੀ ਆ, ਹਾਂਜੀ ਕੀਤੀ ਜਾ ਸਕਦੀ ਆ, ਪਰ ਸ਼ਰਤ ਇਹ ਆ ਕਿ ਸੰਵਿਧਾਨ ਦੀ ਬੇਸਿਕ ਸਟਰਕਚਰ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ, ਅੱਜ ਲਈ ਇੰਨਾ ਹੀ ਰੱਖ ਲੈਂਦੇ ਹਾਂ, ਬਾਕੀ ਨੈਕਸਟ ਕਲਾਸ 'ਚ ਕਰਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।